ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭੁੱਖ ਤੇ ਹੋ ਰਹੀ ਭਾਰੀ ਸਿਆਸਤ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਸਿੰਘ ਜੀ, ਰਾਜਨੀਤਿਕ ਪਾਰਟੀਆਂ ਅਕਸਰ ਸਿਆਸੀ ਭੁੱਖ ਦੇ ਚੱਲਦਿਆਂ ਜਿਹੜਾ ਹੈਗਾ ਵੱਡੇ ਵੱਡੇ ਦਾਅਵੇ ਕਰਦੀਆਂ ਨੇ। ਕਈ ਵਾਰ ਇਹਨਾਂ ਦਾਅਵਿਆਂ ਕਰਕੇ ਜਿਹੜਾ ਹੈਗਾ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਹੈ ਭੁੱਖੇ ਰਹਿਣਾ ਪੈਂਦਾ। ਅਸੀਂ ਗੱਲ ਕਰ ਰਹੇ ਨਵੀਂ ਸਿੱਖਿਆ ਨੀਤੀ ਦੀ, ਜਿਸ 'ਚ ਮਿਡ ਡੇ ਮੀਲ ਦੇ ਨਾਲ ਨਾਲ ਬੱਚਿਆਂ ਨੂੰ ਸਵੇਰ ਦਾ ਭੋਜਨ ਨੂੰ ਜਿਹੜਾ ਪੌਸ਼ਟਿਕ ਭੋਜਨ ਦੇਣ ਦੀ ਗੱਲ ਕੀਤੀ ਗਈ ਸੀ, ਪਰ ਬਜਟ ਦੀ ਘਾਟ ਹੋਣ ਕਰਕੇ ਉਹ ਹਲੇ ਤੱਕ ਸ਼ੁਰੂ ਨਹੀਂ ਹੋ ਸਕਿਆ। ਅਸੀਂ ਜਾਣਨਾ ਚਾਹਾਂਗੇ ਇਹ ਸਰਕਾਰਾਂ ਦੀ ਗਲਤ ਨੀਤੀਆਂ ਕਰਕੇ ਬੱਚਿਆਂ ਨੂੰ ਹੋਰ ਕਿੰਨਾ ਕੁ ਸਮਾਂ ਜਿਹੜਾ ਹੈਗਾ ਭੁੱਖੇ ਰਹਿਣਾ ਪਏਗਾ। ਅਸਲ ਦੇ ਵਿੱਚ ਇਹ ਕਾਫੀ ਲੰਮੇ ਸਮੇਂ ਤੋਂ ਮਹਿਸੂਸ ਕੀਤਾ ਗਿਆ ਸੀ ਕਿ ਜਿਹੜੇ ਬੱਚੇ ਨੇ ਖਾਸ ਤੌਰ 'ਤੇ ਗੌਰਮੈਂਟ ਸਕੂਲਾਂ 'ਚ ਅਤੇ ਗੌਰਮੈਂਟ ਸਹਾਇਤਾ ਪ੍ਰਾਪਤ ਸਕੂਲਾਂ ਦੇ, ਜਿਨ੍ਹਾਂ ਨੂੰ ਪਹਿਲਾਂ ਬੜੇ ਸਮੇਂ ਤੋਂ ਮਿਡ ਡੇ ਮੀਲ ਮਿਲਣ ਲੱਗਿਆ। ਮਿਡ ਡੇ ਮੀਲ ਵੀ ਅਦਾਲਤਾਂ ਦੇ ਰਾਹੀਂ ਜਾਂ ਉਸ ਕੀਤਾ, ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਜਦੋਂ ਇਹ ਪਾਇਆ ਗਿਆ ਕਿ ਉਹ ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਤੰਦਰੁਸਤ ਜਾਂ ਉਹਨਾਂ ਦੀ ਵਿਕਾਸ ਸਹੀ ਤਰੀਕੇ ਨਾਲ ਕਿਉਂ ਨਹੀਂ ਹੁੰਦਾ, ਤਾਂ ਇਹ ਪਾਇਆ ਗਿਆ ਕਿ ਉਹ ਕੰਮਕਾਜੀ ਉਹਨਾਂ ਪਰਿਵਾਰਾਂ 'ਚੋਂ ਨੇ ਜਿਨ੍ਹਾਂ ਦੀਆਂ ਮਾਵਾਂ ਕਈ ਵਾਰ ਲੋਕਾਂ ਦੇ ਘਰਾਂ 'ਚ ਕੰਮ ਕਰਨ ਚਲੀਆਂ ਜਾਂਦੀਆਂ ਨੇ, ਰੋਟੀ ਉਦੋਂ ਬਣੀ ਹੋਈ ਨਹੀਂ ਹੁੰਦੀ ਅਤੇ ਉਹ ਸਕੂਲ ਚਲੇ ਜਾਂਦੇ ਨੇ ਅਤੇ ਭੁੱਖਣ ਭਾਣੇ ਸਕੂਲ ਆ ਜਾਂਦੇ ਨੇ ਅਤੇ ਫਿਰ ਕਦੋਂ ਖਾਣਾ ਬਣਦਾ ਕਦੋਂ ਨਹੀਂ ਬਣਦਾ ਪਤਾ ਹੀ ਨਹੀਂ ਹੈ। ਇਸ ਲਈ ਪੌਸ਼ਟਿਕਤਾ ਦੇ ਸਵਾਲ 'ਤੇ ਕਿ ਜੇ ਜਿਹੜੇ ਬਚਪਨ ਦੇ ਵਿੱਚ ਹੀ ਜਿਹੜੀਆਂ ਉਹਨਾਂ ਦੇ ਵਿੱਚ ਘਾਟਾਂ ਕਮੀਆਂ ਆ ਜਾਂਦੀਆਂ ਨੇ ਖਾਣੇ ਦੇ ਕਰਕੇ, ਉਹਨੂੰ ਪੂਰਾ ਕੀਤਾ ਜਾਏ। ਉਹਦੇ ਕਰਕੇ PGCL ਨੇ, ਪੀਪਲ ਯੂਨੀਅਨ ਫਾਰ ਸਿਵਲ ਲਿਬਰਟੀ ਨੇ ਬੜੇ ਲੰਮਾ ਲੜਾਈ ਲੜੀ ਹੈ, ਹੋਰ ਲੋਕਾਂ ਨੇ ਵੀ ਸੁਪਰੀਮ ਕੋਰਟ ਦੇ ਵਿੱਚ, ਤਾਂ ਮਿਡ ਡੇ ਮੀਲ ਸ਼ੁਰੂ ਹੋਇਆ। ਫਿਰ ਅਗਲਾ ਸ਼ੁਰੂ ਹੋ ਗਿਆ ਸੀਗਾ ਕਿ ਇਕੱਲਾ ਮਿਡ ਡੇ ਮੀਲ ਨਹੀਂ, ਬੱਚੇ ਆਉਂਦੇ ਨੇ ਬਹੁਤ ਜ਼ਿਆਦਾ, ਜਦੋਂ ਪ੍ਰੇਅਰ ਵਗੈਰਾ ਖੜਾਉਂਦੇ ਸੀ ਉਹ ਖੜੇ ਕਰਕੇ ਕਰਦੇ ਨੇ, ਉਦੋਂ ਵੀ ਚੱਕਰ ਖਾ ਕੇ ਡਿੱਗ ਜਾਂਦੇ ਨੇ। ਤਾਂ ਉਹਨਾਂ ਦੇ ਵਿੱਚ ਇਹ ਆਇਆ ਕਿ ਉਹ ਭੁੱਖੇ ਆਉਂਦੇ ਨੇ ਘਰੋਂ ਅਤੇ ਦੁਪਹਿਰ ਤੱਕ ਹੀ ਉਹਨਾਂ ਨੂੰ ਖਾਣਾ ਉਹ ਮਿਲ ਪਾਉਂਦਾ ਅਤੇ ਉਹਨਾਂ ਚਿਰ ਫਿਰ ਪੜ੍ਹਾਈ ਵੀ ਕੀ ਹੋਣੀ ਹੈ ਜੇਕਰ ਪਹਿਲਾਂ ਰਾਤ ਦਾ ਉਹਨੇ ਭੋਜਨ ਲਿਆ ਹੋਇਆ। ਤਾਂ ਇੱਕ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਵੀ ਬਣੀ, ਜਿਹਦੀ ਰਿਪੋਰਟ ਲੋਕ ਸਭਾ ਦੇ ਵਿੱਚ ਪੇਸ਼ ਕੀਤੀ ਗਈ, ਜਿਹਨੇ ਰਿਕਮੈਂਡ ਇਹ ਕੀਤਾ ਕਿ ਬੱਚਿਆਂ ਨੂੰ ਬ੍ਰੇਕਫਾਸਟ ਵੀ ਦਿੱਤਾ ਜਾਣਾ ਚਾਹੀਦਾ ਉਹਨਾਂ ਨੂੰ। ਅਤੇ ਇਸੇ ਤਰੀਕੇ ਦੇ ਨਾਲ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਲਾਗੂ ਕਰਤੀ ਹੈ ਉਹਨਾਂ ਨੇ, ਐਜੂਕੇਸ਼ਨ ਪਾਲਿਸੀ ਦੇ ਹੋਰ ਬਹੁਤ ਪਹਿਲੂਆਂ 'ਤੇ ਆਲੋਚਨਾ ਹੋ ਰਹੀ ਹੈ ਔਰ ਹੋ ਸਕਦੀ ਹੈ, ਜਿਹਦੇ 'ਚ ਸੈਂਟਰਲਾਈਜੇਸ਼ਨ ਆਫ ਪਾਵਰ ਹੈ, ਜਿਹਦੇ 'ਚ ਸਟੇਟਾਂ ਦਾ ਹੱਕ ਵੀ ਨਹੀਂ, ਜਿਹਦੇ 'ਚ ਸਿਲੇਬਸ ਕੌਣ ਤੈਅ ਕਰੇਗਾ, ਕਾਲਜ ਕਿਵੇਂ ਰਨ ਹੋਣਗੇ, ਸਕੂਲ ਕਿਵੇਂ ਰਨ ਹੋਣਗੇ, ਬਹੁਤ ਜ਼ਿਆਦਾ ਨੁਕਸਦਾਰ ਨੇ, ਉਹਦੇ 'ਤੇ ਸਵਾਲ ਖੜ੍ਹੇ ਹੋ ਰਹੇ ਨੇ। ਪਰ ਇੱਕ ਗੱਲ ਉਹਦੇ 'ਚ ਇਹ ਸੀਗੀ ਕਿ ਐਸੇ ਸਾਲ ਤੋਂ ਬ੍ਰੇਕਫਾਸਟ ਬੱਚਿਆਂ ਨੂੰ ਦਿੱਤਾ ਜਾਏਗਾ। ਲਗਭਗ 11 ਕਰੋੜ 80 ਲੱਖ ਦੇ ਕਰੀਬ ਬੱਚੇ ਇਸ ਦਾਇਰੇ 'ਚ ਆਉਂਦੇ ਨੇ, ਪ੍ਰਾਇਮਰੀ ਔਰ ਅਪਰ ਪ੍ਰਾਇਮਰੀ ਦੇ ਵਿੱਚ 8ਵੀਂ ਤੱਕ ਦੇ ਬੱਚਿਆਂ ਨੂੰ ਉਹ ਦਿੰਦੇ ਨੇ। ਅਸਲ ਦੇ ਵਿੱਚ ਇਹ ਪਤਾ ਤਾਂ ਉਦੋਂ ਹੀ ਲੱਗ ਗਿਆ ਸੀ ਜਦੋਂ ਮਿਡ ਡੇ ਮੀਲ ਦੇ ਵਾਸਤੇ ਸਰਕਾਰ ਨੇ ਬਜਟ 'ਚ ਪੈਸਾ ਰੱਖਿਆ 1 ਫਰਵਰੀ ਨੂੰ। ਪਿਛਲੇ ਸਾਲ ਦਾ ਜਿਹੜਾ ਮਿਡ ਡੇ ਮੀਲ ਦਾ ਖਰਚਾ ਸੀ, ਹਾਲਾਂਕਿ ਕਰੋਨਾ ਕਰਕੇ ਲੋਕਡਾਊਨ ਵੀ ਰਿਹਾ, ਸਕੂਲਾਂ 'ਚ ਬੱਚੇ ਗਏ ਵੀ ਘੱਟ, ਬੜੇ ਕਈ ਮਹੀਨੇ ਬੰਦ ਰਹੇ, ਫਿਰ ਚਾਹੇ ਕਿਹਾ ਗਿਆ ਉਹਨਾਂ ਦੇ ਘਰਾਂ 'ਚ ਵੰਡ ਕੇ, ਉਹ ਵੀ ਕਿੰਨਾ ਵੰਡਿਆ ਜਾ ਸਕਦਾ ਸਭ ਨੂੰ ਪਤਾ ਹੀ ਹੈ ਜਿਹੋ ਜਿਹਾ ਸਾਡੇ ਸਿਸਟਮ ਹੈ। ਤਾਂ ਗੌਰਮੈਂਟ ਨੇ 11,000 ਕਰੋੜ ਰੁਪਈਆ ਮਿਡ ਡੇ ਮੀਲ ਲਈ ਰੱਖਿਆ ਸੀ ਅਤੇ ਖਰਚ 12,900 ਕਰੋੜ ਰੁਪਇਆ ਦਿਖਾਇਆ ਗਿਆ, ਉਹ ਵੀ ਕਰੋਨਾ ਦੇ ਸਮੇਂ 'ਚ ਵੀ। 12,900 ਕਰੋੜ ਦੇ ਮੁਕਾਬਲੇ ਕਰੋਨਾ ਜਦੋਂ ਹੁਣ ਸਕੂਲ ਖੁੱਲ੍ਹਣ ਲਾਤੇ ਤੁਸੀਂ ਰੱਖਿਆ 11,600 ਕਰੋੜ ਰੁਪਇਆ ਫੰਡ। ਇਹਦਾ ਮਤਲਬ ਉਹ ਮਿਡ ਡੇ ਮੀਲ ਦੇ ਪੁਰਾਣੇ ਜਿੰਨੇ ਖਰਚ ਹੋਇਆ ਉਹਦੇ ਬਰਾਬਰ ਵੀ ਨਹੀਂ ਰੱਖਿਆ। ਜੇ ਮਹਿੰਗਾਈ ਉਹਦੇ 'ਚ ਉੱਪਰ ਪੈਣੀ ਹੈ, ਬਾਕੀ ਚੀਜ਼ਾਂ ਪੈਣੀਆਂ ਨੇ, ਤਾਂ ਤੁਸੀਂ ਮਿਡ ਡੇ ਮੀਲ ਵੀ ਪ੍ਰੋਪਰ ਨਹੀਂ ਦੇ ਪਾਓਗੇ। ਅਤੇ ਫਿਰ ਬ੍ਰੇਕਫਾਸਟ ਕਿੱਥੋਂ ਦੇਣਾ ਜਦ ਪੈਸੇ ਹੀ ਨਹੀਂ ਹੈ। ਔਨ ਦੀ ਹੋਰ ਸਮੁੱਚਾ ਜਿਹੜਾ ਐਜੂਕੇਸ਼ਨ ਦਾ ਬਜਟ ਰੱਖਿਆ ਉਹ ਵੀ 5,000 ਕਰੋੜ ਰੁਪਈਆ ਘਟਾਤਾ ਹੈ। ਉਹ 59,800 ਕੁਛ ਕਰੋੜ ਰੁਪਏ ਤੋਂ ਘਟਾ ਕੇ 54,700 ਕੁਛ ਕਰੋੜ ਰੁਪਇਆ ਕੀਤਾ ਗਿਆ। ਉਹੀ ਓਵਰਆਲ ਵੀ 5,000 ਕਰੋੜ ਰੁਪਈਆ ਘਟਾਤਾ। ਹੁਣ ਜੇ ਬ੍ਰੇਕਫਾਸਟ ਦੇਣੀ ਸੀ ਤਾਂ ਇੱਕ ਅੰਦਾਜ਼ਾ ਇਹ ਲਾਇਆ ਉਸ ਕਮੇਟੀ ਨੇ ਵੀ, ਅਤੇ ਕੈਬਨਿਟ ਦਾ ਵੀ ਇਹ ਫੈਸਲਾ ਸੀ। ਕੈਬਨਿਟ ਨੇ ਅਗਸਤ 2020 'ਚ ਇਹ ਫੈਸਲਾ ਕੀਤਾ ਸੀ ਕਿ ਆਪਾਂ ਬ੍ਰੇਕਫਾਸਟ ਦੇਣਾ ਜੀ, ਕੇਂਦਰੀ ਕੈਬਨਿਟ ਨੇ। ਉਹਦੇ ਵਾਸਤੇ 4,000 ਕਰੋੜ ਰੁਪਈਆ ਹੋਰ ਚਾਹੀਦਾ ਸਾਰਾ ਹੀ। ਕੀ 12 ਕਰੋੜ ਬੱਚਿਆਂ ਵਾਸਤੇ ਤੁਹਾਡੇ ਕੋਲ 4,000 ਕਰੋੜ ਵੀ ਨਹੀਂ ਹੈ ਜੀ? ਉਹਨਾਂ ਦੀ ਜ਼ਿੰਦਗੀ ਹੈ, ਉਹਨਾਂ ਦੀ ਭੁੱਖੇ ਢਿੱਡ ਹੁੰਦੇ ਨੇ। ਇਹਦਾ ਮਤਲਬ ਸੰਵੇਦਨਸ਼ੀਲਤਾ ਤੁਹਾਡੇ ਕੋਲ ਕਿੰਨੀ ਕੁ ਹੈ ਕਿ ਤੁਸੀਂ ਕਿਹੜੀ ਚੀਜ਼ 'ਤੇ ਕਿੰਨਾ ਖਰਚ ਕਰਦੇ ਹੋ।
ਉਹਦੇ ਤੇ ਕਹਿਣ ਦੀਆਂ ਗੱਲਾਂ ਅਲੱਗ ਨੇ। ਤੁਸੀਂ ਸੱਤਾ ਦੇ ਵਿੱਚ ਆਉਣ ਲਈ ਕੁਝ ਉਹ ਗੱਲਾਂ ਕਰੋਗੇ ਜਿਹਦੇ ਨਾਲ ਵੋਟ ਤੁਰੰਤ ਮਿਲਦੀ ਹੈ। ਮੈਨੂੰ ਤਾਂ ਲੱਗਦਾ ਵੋਟ ਇਹਦੇ ਨਾਲ ਵੀ ਸਗੋਂ ਮਿਲ ਹੀ ਜਾਂਦੀ, ਜੇਕਰ 4,000 ਕਰੋੜ ਦੇ ਵਿੱਚ ਇੱਕ ਸਾਲ ਦੇ ਵਿੱਚ ਬੱਚਿਆਂ ਦਾ ਢਿੱਡ ਭਰ ਸਕਦਾ ਹੈ, ਬੱਚੇ ਤੰਦਰੁਸਤ ਰਹਿ ਸਕਦੇ ਨੇ, ਉਹਨਾਂ ਦਾ ਬਿਮਾਰੀਆਂ ਤੇ ਖਰਚਾ ਘਟ ਸਕਦਾ ਹੈ, ਇੱਕ ਤੰਦਰੁਸਤ ਨੇਸ਼ਨ ਦੇ ਤੌਰ ਤੇ ਉਹ ਵਿਚਰਨੇ ਸ਼ੁਰੂ ਹੁੰਦੇ ਨੇ। ਤੁਸੀਂ ਜਿੰਨਾ ਮਰਜ਼ੀ ਮਹਾਨ ਰਾਸ਼ਟਰ ਦੇ ਨਾਅਰੇਬਾਜ਼ੀ ਕਰੀ ਜਾਓ, ਜਿੰਨਾ ਮਰਜ਼ੀ ਆ ਸਿੰਬੋਲਿਕ ਚੀਜ਼ਾਂ, ਤੁਹਾਡੇ ਕੋਲ ਆਪਣਾ ਪਾਰਲੀਮੈਂਟ ਦਾ ਨਵਾਂ ਹਾਊਸ ਲਈ 20,000 ਕਰੋੜ ਰੁਪਈਆ ਇਸ ਵਿੱਤੀ ਸੰਕਟ ਦੇ ਵਿੱਚ ਵੀ ਹੈਗਾ ਜੀ, ਉਹ ਤੇ ਤੁਸੀਂ ਖਰਚ ਕਰੋਗੇ। ਤੁਸੀਂ ਹੋਰ ਸਿੰਬੋਲਿਕ ਚੀਜ਼ਾਂ ਕਰਕੇ ਇੱਧਰ ਉੱਧਰ ਜਾ ਰਹੇ ਹੋ, ਜਿਹੜੀਆਂ ਵੀ ਚੀਜ਼ਾਂ ਰੋਜ਼ ਨਹੀਂ ਪੱਥਰ ਰੱਖ ਰਹੇ ਹੋ, ਉਹਨਾਂ ਲਈ ਪੈਸੇ ਹੈਗੇ ਨੇ। ਤੇ ਆਪਣੇ ਲਈ ਅਜਾਸੀ ਲਈ ਵੱਡੇ ਫੈਸਲੇ ਕਰਨ ਦੇ ਵਾਸਤੇ ਵੱਡੇ ਵੱਡੇ ਫੰਕਸ਼ਨ ਸਨਮਾਨਾਂ ਦੇ ਲਈ ਹੈਗੇ ਨੇ। ਪਰ ਦੇਸ਼ ਦਾ ਜਿਹੜਾ ਭਵਿੱਖ ਜਿਹਦੇ ਤੌਰ ਤੇ ਤੁਸੀਂ ਕਹਿ ਰਹੇ ਹੋ ਬੱਚੇ, ਉਹਨਾਂ ਲਈ ਨਾ ਮਿਡ ਡੇ ਮੀਲ ਦੇ ਵਾਸਤੇ ਪ੍ਰੋਪਰ ਪੈਸਾ ਹੈ ਤੇ ਨਾ ਉਹਨਾਂ ਨੂੰ ਬ੍ਰੇਕਫਾਸਟ ਦੇਣ ਦੇ ਵਾਸਤੇ। ਤੁਹਾਡੀ ਪਾਲਿਸੀ ਪਹਿਲਾਂ ਹੀ ਫਲॉप ਦਿਖਾਈ ਦੇ ਰਹੀ ਹੈ। ਇਸੇ ਪਾਲਿਸੀ ਦੇ ਵਿੱਚ ਤੇ ਸਭ ਤੋਂ ਪਹਿਲਾ ਕਮਿਸ਼ਨ ਜਿਹੜਾ ਦੇਸ਼ ਦਾ ਐਜੂਕੇਸ਼ਨ ਤੇ ਬਣਿਆ ਸੀ, ਕੋਠਾਰੀ ਕਮਿਸ਼ਨ, ਉਹਦੀ ਰਿਕਮੈਂਡੇਸ਼ਨ ਵੀ ਇਹ ਸੀ ਕਿ ਐਜੂਕੇਸ਼ਨ ਤੇ ਘੱਟੋ ਘੱਟ GDP ਦਾ 6% ਹਿੱਸਾ ਖਰਚ ਹੋਣਾ ਚਾਹੀਦਾ ਜੀ। ਬਿਲਕੁਲ, ਇਸ ਨਿਊ ਐਜੂਕੇਸ਼ਨ ਪਾਲਿਸੀ 'ਚ ਵੀ ਤੁਸੀਂ ਇਹੀ ਕਿਹਾ, ਤੇ ਪਰ ਖਰਚਾ ਕਿੱਥੇ ਹੈ? ਇਹਦਾ ਮਤਲਬ ਕਾਗਜ਼ ਕਾਲੇ ਕਰਕੇ ਤੁਸੀਂ ਸਾਹਮਣੇ ਰੱਖਦੇ ਹੋ। ਜਿਹੜੀਆਂ ਚੀਜ਼ਾਂ ਤਾਂ ਲੋਕਾਂ ਦੇ ਖਿਲਾਫ ਭੁਗਤ ਜਾਣਗੀਆਂ, ਤੁਹਾਡੇ ਪੱਖ 'ਚ ਚਲੀਆਂ ਜਾਣਗੀਆਂ, ਉਹ ਤਾਂ ਤੁਸੀਂ ਉਹਦੇ 'ਚੋਂ ਲਾਗੂ ਕਰ ਲਓਗੇ ਪਿਕ ਐਂਡ ਚੂਜ਼। ਜਿਹੜੀ ਮਾੜੀ ਮੋਟੀ ਚੀਜ਼ ਵੀ ਆਮ ਬੰਦੇ ਦੇ ਜਾਂ ਸਧਾਰਨ ਵਿਦਿਆਰਥੀਆਂ ਦੇ ਪੱਖ 'ਚ ਜਾਂਦੀ ਹੈ, ਉਹ ਤੁਸੀਂ ਹੱਥ ਘੁੱਟ ਲਓਗੇ। ਇੱਕ ਬਹੁਤ ਖਤਰਨਾਕ ਰੁਝਾਨ ਹੈ। ਇਹਦੇ ਬਾਰੇ ਲੋਕਾਂ ਨੂੰ ਅਵੇਅਰ ਹੋ ਕੇ ਆਪਣੀ ਆਵਾਜ਼ ਉਠਾਉਣ ਦੀ ਲੋੜ ਹੈ ਜੀ। ਹਮੀਰ ਸਿੰਘ ਜੀ, ਇਹ ਤਾਂ ਅਸੀਂ ਬੱਚਿਆਂ ਦੀ ਭੁੱਖ ਦੀ ਗੱਲ, ਇਸੇ ਤਰ੍ਹਾਂ ਅਸੀਂ ਗੱਲ ਕਰੀਏ ਤਾਂ ਦੇਸ਼ ਦਾ ਅੰਨਦਾਤਾ ਜਿਹੜਾ ਹੈਗਾ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ, ਉਹ ਵੀ ਵਾਰ-ਵਾਰ ਇਹੋ ਗੱਲ ਕਹਿ ਰਿਹਾ ਵੀ ਕਿ ਜੇ ਦੇਸ਼ ਦਾ ਖੇਤੀ ਸਿਸਟਮ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਚਲਾ ਗਿਆ ਤਾਂ ਮਹਿੰਗਾਈ ਵੱਧ ਜੂਗੀ, ਜਿਸ ਕਰਕੇ ਹਰ ਵਰਗ ਦੇ ਲੋਕਾਂ ਨੂੰ ਭੁੱਖੇ ਰਹਿਣਾ ਪਏਗਾ, ਭੁੱਖਮਰੀ ਦਾ ਸਾਹਮਣਾ ਕਰਨਾ ਪਏਗਾ। ਇਹਦੇ ਨਾਲ ਹੀ ਅਸੀਂ ਇਹ ਵੀ ਜਾਣਨਾ ਚਾਹਾਂਗੇ ਵੀ ਕਿ ਆਪਣੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਿਹੜੇ ਹੈਗੇ ਆ ਪੱਛਮੀ ਬੰਗਾਲ ਦੇ ਵਿੱਚ ਚੋਣ ਪ੍ਰਚਾਰ ਲਈ ਗਏ ਨੇ, ਤਾਂ ਉੱਥੇ ਉਹਨਾਂ ਦਾ ਕਿਸ ਤਰ੍ਹਾਂ ਦਾ ਸਵਾਗਤ ਜਿਹੜਾ ਹੈਗਾ ਕੀਤਾ ਜਾ ਰਿਹਾ? ਅਸਲ ਦੇ ਵਿੱਚ ਜਿਹੜਾ ਖੇਤੀ ਦਾ ਸਬਜੈਕਟ ਹੈ, ਇਹ ਬੜੀ ਇੱਕ ਟੈਗਲਾਈਨ ਬੜੀ ਦੇਰ ਤੋਂ ਚਰਚਾ 'ਚ ਆ ਰਹੀ ਹੈ ਕਿ ਖੇਤੀ ਮਨੁੱਖਾਂ ਲਈ ਹੈ, ਜ਼ਿੰਦਗੀ ਜਿਉਣ ਲਈ ਹੈ, ਜਾਂ ਵਪਾਰ ਲਈ ਹੈ। ਦੋਨਾਂ 'ਚੋਂ ਕੀ ਕਰਨਾ ਹੈ? ਤੁਸੀਂ ਉਹਦੇ 'ਚੋਂ ਬਿਜ਼ਨਸ ਕੱਢਣਾ ਹੈ ਜਾਂ ਲੋਕਾਂ ਦੀਆਂ ਜ਼ਿੰਦਗੀਆਂ ਠੀਕ ਉਹ ਚੱਲਣ? ਹੁਣ ਜਿਹੜਾ ਕਾਨੂੰਨੀ ਪਹਿਲੂ ਦਾ ਪੱਖ ਅਪਣਾਇਆ ਜਾ ਰਿਹਾ ਹੈ, ਇਹ ਵਪਾਰ ਨੂੰ ਪ੍ਰਫੁੱਲਤ ਕਰਦਾ ਹੈ ਤੇ ਲੋਕਾਂ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਕੋਲ ਜਾਣੀਆਂ ਚਾਹੀਦੀਆਂ ਨੇ, ਉਹ ਨਹੀਂ ਹੈ। ਇਹਦੇ 'ਚੋਂ ਨਜ਼ਰ ਆਉਂਦਾ ਇਸ ਤੋਂ ਪਹਿਲਾਂ ਵੀ ਜਿਹੜੀ ਮਹਿੰਗਾਈ ਹੈ ਦੇਸ਼ ਦੇ ਵਿੱਚ, ਤੁਸੀਂ ਇਹ ਸਰਵੇ ਆਪਣੇ ਦੇ ਰਾਹੀਂ ਗੌਰਮੈਂਟ ਆਫ ਇੰਡੀਆ ਦਾ ਸਰਵੇ ਹੈ ਕਿ 77% ਲੋਕ ਉਹ ਨੇ ਜਿਹੜੇ 20 ਰੁਪਏ ਦੀ ਤੋਂ ਵੀ ਘੱਟ ਤੇ ਰੋਜ਼ਾਨਾ ਗੁਜ਼ਾਰਾ ਕਰਦੇ ਨੇ, 20 ਰੁਪਏ ਦਾ ਖਰਚ ਤੋਂ ਵੀ ਘੱਟ ਤੇ ਗੁਜ਼ਾਰਾ ਕਰਦੇ ਨੇ। 20 ਰੁਪਏ 'ਚ ਅੱਜ ਕੱਲ੍ਹ ਕੀ ਆਉਂਦਾ ਹੈ ਆਪਣੇ ਸਾਹਮਣੇ ਹੈ। ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਉਹ ਬੰਦੇ ਫਿਰ ਭੁੱਖੇ ਰਹਿੰਦੇ ਨੇ, ਦੋ ਡੰਗ ਦੀ ਰੋਟੀ ਨਸੀਬ ਨਹੀਂ ਹੁੰਦੀ। ਔਰ ਇਸੇ ਕਰਕੇ ਕਿਹਾ ਜਾਂਦਾ ਕਿ ਸਾਡਾ ਇੱਕ ਬੜਾ ਵੱਡਾ ਵਰਗ ਜਿਹੜਾ ਹੈ ਉਹ ਗਰੀਬੀ ਦੀ ਰੇਖਾ ਤੋਂ ਹੇਠਾਂ ਹੈ ਤੇ ਉਹ ਭੁੱਖਮਰੀ ਵਰਗਾ ਹੀ ਹੈ, ਦੋ ਡੰਗ ਦੀ ਰੋਟੀ ਉਹਨੂੰ ਨਹੀਂ ਮਿਲਦੀ। ਉਹਦੇ 'ਚੋਂ ਫਿਰ ਇੱਕ ਕਾਨੂੰਨ ਆਇਆ, ਜਦੋਂ ਇਹ ਰੌਲਾ ਚੱਲਿਆ ਸਾਰੇ ਕਿਤੇ, ਤਾਂ ਕਾਨੂੰਨ ਬਣਦਾ 2013 'ਚ ਆ ਕੇ, ਇੰਨੇ ਲੰਮੇ ਸਮੇਂ ਬਾਅਦ, ਰਾਈਟ ਟੂ ਫੂਡ। ਜੀ ਬਿਲਕੁਲ, ਕਿ ਤੁਸੀਂ ਸਸਤਾ ਅਨਾਜ ਦੇਣਾ ਲੋਕਾਂ ਨੂੰ। ਉਹ ਵੀ 67% ਲੋਕ ਨੇ, ਉਹਨਾਂ ਨੂੰ ਸਸਤਾ ਅਨਾਜ ਦੇਣ ਦੇ ਵਾਸਤੇ ਫਿਰ ਕੀ ਹੈ ਕਿ PDS ਸਿਸਟਮ ਚੱਲਦਾ ਹੈ ਤੇ ਗੌਰਮੈਂਟ ਇਕੱਲਾ ਇਹ ਖਰੀਦਦੀ ਹੈ, ਕਣਕ ਤੇ ਝੋਨਾ, ਚੌਲ ਤੇ ਉਹ ਬਾਕੀ। ਇਹ ਪੌਸ਼ਟਿਕ ਭੋਜਨ ਨਹੀਂ ਹੈ ਕੋਈ। ਪੌਸ਼ਟਿਕ ਭੋਜਨ ਦਾ ਮਤਲਬ ਤਾਂ ਕਿ ਉਹਨੂੰ ਸਬਜ਼ੀ ਵੀ ਚਾਹੀਦੀ ਹੈ, ਉਹਨੂੰ ਫਲ ਵੀ ਚਾਹੀਦਾ, ਉਹਦੀਆਂ ਜਿਹੜੀਆਂ ਨਿਊਟ੍ਰੀਸ਼ਨ ਦੀਆਂ ਲੋੜਾਂ ਪੂਰੀਆਂ ਹੋਣਗੀਆਂ, ਵਿਟਾਮਿਨ ਦੀਆਂ ਲੋੜਾਂ ਪੂਰੀਆਂ ਹੋਣਗੀਆਂ। ਪੌਸ਼ਟਿਕਤਾ ਤਾਂ ਹੀ ਬਣਦੀ ਹੈ ਨਾ, ਉਹ ਤਾਂ ਕਿਤੇ ਹੈ ਨਹੀਂ। ਉਹਦੇ ਲਈ ਕੋਈ ਮਾਰਕੀਟ ਕੋਈ ਉਸ ਲੈਵਲ ਦਾ ਨਹੀਂ ਹੈ। ਹੁਣ ਤੁਸੀਂ ਡੀਜ਼ਲ ਪੈਟਰੋਲ ਇੰਨਾ ਵਧਾਤਾ, ਆਮ ਤੌਰ 'ਤੇ ਮਹਿੰਗਾਈ ਵੱਧ ਗਈ। ਐਤਕੀ ਦਾ ਡਾਟਾ ਆਇਆ ਫਰਵਰੀ ਦਾ ਕਿ ਲੋਕਾਂ ਦੇ ਗੈਸ ਦਾ ਤੇ ਡੀਜ਼ਲ ਤੇ ਪੈਟਰੋਲ ਦਾ ਖਰਚਾ ਘਟਾ ਲਿਆ, ਕਿਉਂਕਿ ਉਹ ਲੈਣਾ ਬੰਦ ਕਰ ਗਏ ਨੇ, ਖੜ੍ਹ ਗਏ ਨੇ ਆਮ ਗਰੀਬ ਆਦਮੀਆਂ ਦੇ ਵਹੀਕਲ, ਕਿਉਂਕਿ ਉਹ ਉਨਾ ਜ਼ਿਆਦਾ ਅਫੋਰਡ ਨਹੀਂ ਕਰ ਸਕਦੇ। ਤੇ PDS ਦਾ ਵੀ ਸਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਦਾ ਸਾਡਾ ਸਿਸਟਮ ਜਰਜਰਾ ਹੋਇਆ ਪਿਆ। ਲੋੜਵੰਦ ਨੂੰ ਜਦ ਚਾਹੀਦਾ ਉਦੋਂ ਨਹੀਂ ਮਿਲਦਾ। ਅਨਾਜ ਇਹੀ ਜਿਹੀ ਤਾਂ ਚੀਜ਼ ਨਹੀਂ ਨਾ ਵੀ ਤੁਹਾਨੂੰ 3 ਮਹੀਨੇ ਬਾਅਦ ਮਿਲ ਜੇ ਤਾਂ ਵੀ ਕੋਈ ਗੱਲ ਨਹੀਂ, ਰੋਟੀ ਤਾਂ ਅੱਜ ਵੀ ਚਾਹੀਦੀ ਹੈ, ਡੇਲੀ ਚਾਹੀਦੀ ਹੈ। ਉਹਦਾ ਪ੍ਰੋਪਰ ਬੰਦੋਬਸਤ ਨਹੀਂ ਹੈ। ਉਹਦੇ ਵਿੱਚੋਂ ਹੀ ਫਿਰ ਇਹ ਖੇਤੀ ਦਾ ਜਿਹੜਾ ਇੱਕ ਬੜਾ ਵੱਡਾ ਅੰਦੋਲਨ ਹੈ, ਜਿਹੜਾ ਇਹ ਕਹਿੰਦਾ ਕਿ ਜ਼ਰੂਰੀ ਵਸਤਾਂ ਦਾ ਭੰਡਾਰ ਕਰਨ ਦਾ ਹੱਕ ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਦੇ ਦਿਓਗੇ ਤਾਂ ਆਮ ਬੰਦਾ ਰੋਟੀ ਕਿੱਥੋਂ ਖਾਊਗਾ। ਜਿਹੜਾ ਇਹ ਕਹਿੰਦਾ ਜੇ ਮੰਡੀਕਰਨ ਸਿਸਟਮ ਖਤਮ ਕਰ ਦਿਓਗੇ ਤਾਂ ਲੱਖਾਂ ਬੰਦਿਆਂ ਦਾ ਰੁਜ਼ਗਾਰ ਚਲਾ ਜਾਊਗਾ, ਤਾਂ ਉਹ ਰੋਟੀ ਕਿੱਥੋਂ ਖਾਣਗੇ। ਤੇ ਜਿਹੜਾ ਇਹ ਕਹਿੰਦਾ ਕਿ ਜੇ ਕੰਟਰੈਕਟ ਫਾਰਮਿੰਗ ਦੇ ਤਹਿਤ ਫਾਰਮਰ ਨੇ ਕਾਰਪੋਰੇਟ ਨਾਲ ਕੰਟਰੈਕਟ ਕਰ ਲਿਆ, ਉਹ ਆਪ ਵੀ ਆਪਣੇ ਦੋਸਤਾਂ ਮਿੱਤਰਾਂ ਲਈ ਕਣਕ ਜਾਂ ਕੋਈ ਹੋਰ ਫਸਲ ਨਹੀਂ ਰੱਖੂਗਾ, ਉਹ ਸਾਰੀ ਕੰਪਨੀ ਨੂੰ ਦੇਣੀ ਪਏਗੀ। ਜਿਹੜੇ ਇਹ ਸਵਾਲ ਨੇ ਸਾਰੇ, ਇਹ ਭੁੱਖ ਨਾਲ ਲੋਕਾਂ ਦੀ ਨਾਲ ਜੁੜੇ ਹੋਏ ਨੇ।
ਤੇ ਇਸੇ ਕਰਕੇ ਹੁਣ ਕਿਸਾਨੀ ਅੰਦੋਲਨ ਨੂੰ ਇਹ ਲੱਗਦਾ ਹੈ ਜਾਂ ਆਮ ਲੋਕਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਆਪਣਾ ਭੁੱਖ ਦਾ ਵਾਸਤਾ ਪਾ ਕੇ, ਆਪਣੀਆਂ ਜ਼ਿੰਦਗੀਆਂ ਦਾ ਵਾਸਤਾ ਪਾ ਕੇ, ਆਪਣੇ ਭਵਿੱਖ ਦਾ ਵਾਸਤਾ ਪਾ ਕੇ ਤਾਂ ਬੜੀ ਦੇਰ ਤੋਂ ਦੇਖ ਲਿਆ। ਦਿੱਲੀ ਵੀ ਬੈਠਿਆਂ ਨੂੰ 106 ਦਿਨ ਹੋ ਗਏ ਨੇ ਤੇ ਬਾਕੀ ਵੀ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਮਤਲਬ ਬਾਹਰ ਸੜਕਾਂ ਤੇ ਆਉਂਦੇ ਨੇ। ਤੁਸੀਂ ਸੰਵੇਦਨਸ਼ੀਲ ਨਹੀਂ ਹੋ। ਸਿਆਸਤਦਾਨ ਸੰਵੇਦਨਸ਼ੀਲ ਇੱਕੋ ਗੱਲ ਕਰਕੇ ਹੈ ਕਿ ਉਹਦੀ ਵੋਟ ਪ੍ਰਭਾਵਿਤ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ, ਤੇ ਉਹ ਵੋਟ ਪ੍ਰਭਾਵਿਤ ਕਰਨ ਦੇ ਨਾਂ ਤੇ ਹੀ ਫਿਰ ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹਨੇ ਫੈਸਲਾ ਕੀਤਾ ਸੀ ਕਿ ਆਪਾਂ ਵੱਖ-ਵੱਖ ਸਟੇਟਾਂ 'ਚ ਜਾਣਾ ਹੈ। ਤੇ ਅੱਜ ਕੱਲ ਜਦੋਂ ਇੱਥੋਂ ਗਏ ਨੇ ਬਲਵੀਰ ਸਿੰਘ ਰਾਜੇਵਾਲ ਹੋਣੀ ਵੀ ਤੇ ਬਾਕੀ ਲੀਡਰ ਇੱਥੇ ਪ੍ਰੈਸ ਕਾਨਫਰੰਸ ਕਰਕੇ ਵੀ ਗਏ, ਉਹ ਉੱਥੇ ਪਹੁੰਚੇ ਜਦੋਂ ਏਅਰਪੋਰਟ ਤੇ ਤਾਂ ਹਜ਼ਾਰਾਂ ਬੰਦਾ ਜਿਹੜਾ ਉਹਨਾਂ ਦੇ ਸਾਹਮਣੇ ਏਅਰਪੋਰਟ ਤੇ ਬਾਹਰ ਉਹਨਾਂ ਨੂੰ ਲੈਣ ਲਈ ਖੜਾ। ਤੇ ਉਸ ਤੋਂ ਬਾਅਦ ਉਹ ਪਹਿਲਾਂ ਇੱਕ ਕਾਫਲੇ ਦੇ ਰੂਪ 'ਚ, ਵੱਡੇ ਕਾਫਲੇ ਦੇ ਰੂਪ 'ਚ ਗੁਰਦੁਆਰਾ ਬੜੀ ਸੰਤ ਸੰਗਤ ਦੇ ਵਿੱਚ ਗਏ, ਜਿੱਥੇ ਉਹਨਾਂ ਨੇ ਬੜਾ ਵੱਡਾ ਉਹ ਕੀਤਾ ਤੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜੀਆਂ ਟੋਟਲ ਸੀਟਾਂ ਨੇ 294 ਸਾਰੀਆਂ ਦੀਆਂ ਸਾਰੀਆਂ ਤੇ ਜਾਇਆ ਜਾਏਗਾ, ਲਿਟਰੇਚਰ ਵੰਡਿਆ ਜਾਏਗਾ ਤੇ ਇਹ ਕਿਹਾ ਜਾਏਗਾ ਕਿ ਬੀਜੇਪੀ ਨੂੰ ਹਰਾਓ, ਜਿਹਨੂੰ ਮਰਜ਼ੀ ਵੋਟ ਪਾਓ ਜਿਹੜਾ ਬੀਜੇਪੀ ਨੂੰ ਹਰਾ ਸਕਦਾ, ਕਿਉਂਕਿ ਬੀਜੇਪੀ 'ਚ ਹੰਕਾਰ ਜਾਂ ਬੀਜੇਪੀ ਦੀ ਜਿਹੜੀ ਉਹ ਪਾਲਿਸੀ ਹੈ ਜਾਂ ਕਿਸਾਨਾਂ ਦੀ ਅਣਸੁਣੀ ਕਰਨ ਦਾ ਜਿਹੜਾ ਤਰੀਕਾ ਹੈ ਉਹਨੂੰ ਇਹ ਠੱਲ ਪਵੇ ਤਾਂ ਕਿ ਇਹ ਪਾਲਿਸੀਆਂ ਨੂੰ ਮੁੜ ਸੋਚਿਆ ਜਾਵੇ, ਮੁੜ ਸੋਚਣ ਦੇ ਲਈ ਗੱਲ ਕੀਤੀ ਜਾਏ। ਔਰ ਇਹ ਉਹਨਾਂ ਦਾ ਸਾਹਮਣੇ ਹੈ, ਇੱਕ ਗੱਲ ਸਾਡੇ ਸਾਹਮਣੇ ਆ ਰਹੀ ਹੈ। ਔਰ ਕਿੰਨਾ ਅਸਰ ਪੈਂਦਾ ਕਿੰਨਾ ਨਹੀਂ ਇਹ ਤਾਂ ਨਤੀਜੇ ਦੱਸਣਗੇ, ਪਰ ਇੱਕ ਕੋਸ਼ਿਸ਼ ਹੁੰਦੀ ਹੈ ਕਿ ਇਹ ਜਿਹੜੀ ਕੋਸ਼ਿਸ਼ ਉਸ ਰੂਪ ਦੇ ਵਿੱਚ ਵੀ ਉੱਥੇ ਮੇਰਾ ਖਿਆਲ ਹੈ ਕੰਮ ਕਰ ਸਕਦੀ ਹੈ। ਕੁਝ ਸੰਗਰੂਰ ਤੇ ਨੰਦੀਗ੍ਰਾਮ ਦੋ ਇਹੋ ਜਿਹੇ ਚੀਜ਼ਾਂ, ਇਹੋ ਜਿਹੇ ਖੇਤਰ ਨੇ ਜਿੱਥੇ ਕਿਸਾਨੀ ਅੰਦੋਲਨ ਨੇ ਉੱਥੇ ਦੇ ਰਾਜ ਸੱਤਾ ਦੇ ਪਲਟੇ ਤੱਕ ਲੈ ਕੇ ਗਿਆ। 34 ਸਾਲ ਪੁਰਾਣੀ ਖੱਬੇ ਪੱਖੀਆਂ ਦੀ ਲੈਫਟ ਫਰੰਟ ਦੀ ਸਰਕਾਰ ਡਿੱਗੀ, ਉਹਦੇ 'ਚ ਬੁਨਿਆਦੀ ਰੋਲ ਜਿਹੜਾ ਸੀ ਉਹ ਸੰਗਰੂਰ ਤੇ ਨੰਦੀਗ੍ਰਾਮ ਦੇ ਕਿਸਾਨ ਅੰਦੋਲਨਾਂ ਦਾ ਸੀ, ਜਿੱਥੇ ਇੱਕ ਵਾਰ ਪੁਲਿਸ ਗੋਲੀ ਨਾਲ 14 ਬੰਦੇ ਮਰੇ ਤੇ ਫਿਰ 200 ਬੰਦਾ ਉਸ ਤੋਂ ਬਾਅਦ ਵੀ ਮਰਿਆ। ਔਰ ਇਹ 2007 ਦੀਆਂ ਘਟਨਾਵਾਂ ਨੇ ਤੇ 2011 'ਚ ਆਉਂਦੇ ਆਉਂਦੇ ਮਮਤਾ ਬੈਨਰਜੀ ਦੀ ਸਰਕਾਰ ਬਣਦੀ ਹੈ। ਤੇ ਹੁਣ ਬੀਜੇਪੀ ਨੇ ਉੱਥੇ ਇਸ ਕਰਕੇ ਵੀ ਇੰਟਰਸਟਿੰਗ ਹੈ ਕਿ ਜਿਹੜਾ ਨੰਦੀਗ੍ਰਾਮ ਦੇ ਵਿੱਚ ਆਗੂ ਰੋਲ ਨਿਭਾ ਰਿਹਾ ਬੰਦਾ ਸੀ ਉਹ ਬੀਜੇਪੀ ਨੇ ਪੱਟ ਲਿਆ, ਸੁਵੇਂਦੂ। ਔਰ ਮਮਤਾ ਬੈਨਰਜੀ ਤੇ ਸੁਵੇਂਦੂ ਦੇ ਵਿੱਚ ਮੁਕਾਬਲਾ ਹੋਣ ਦੀ ਜਿਹੜੀ ਸੰਭਾਵਨਾ ਨੰਦੀਗ੍ਰਾਮ ਦੇ ਵਿੱਚ ਹੈ। ਔਰ ਕਿਸਾਨ ਅੰਦੋਲਨ ਦਾ ਕਿੰਨਾ ਅਸਰ ਪੈਂਦਾ ਬੰਗਾਲ ਦੀ ਇਲੈਕਸ਼ਨ ਤੇ ਜਾਂ ਬਾਕੀ ਸੂਬਿਆਂ ਦੀਆਂ ਦੇ ਉੱਤੇ, ਇਹ ਵੀ ਦੇਖਣ ਦਾ ਸਵਾਲ ਹੋਏਗਾ, ਕਿਉਂਕਿ ਇਸ ਅੰਦੋਲਨ ਦੀ ਚਰਚਾ ਤਾਂ ਹੁਣ ਘਰ ਘਰ ਚਲੀ ਗਈ ਹੈ। ਜਿਵੇਂ ਬੰਗਾਲੀ ਵੀ ਪੰਜਾਬ ਦੇ ਲੀਡਰਾਂ ਦਾ ਸਵਾਗਤ ਕਰ ਰਹੇ ਨੇ, ਇਹਦੇ ਤੋਂ ਨਜ਼ਰ ਆਉਂਦਾ ਕਿ ਉਹ ਪਹਿਲਾਂ ਹੀ ਇਸ ਅੰਦੋਲਨ ਤੋਂ ਵੀ ਉਮੀਦ ਦੇਖ ਰਹੇ ਨੇ। ਔਰ ਕਿੰਨਾ ਅਸਰ ਪਏਗਾ, ਪਰ ਰਣਨੀਤਿਕ ਤੌਰ ਤੇ ਮੈਨੂੰ ਲੱਗਦਾ ਇਹ ਵਾਕਈ ਠੀਕ ਫੈਸਲਾ ਹੈ ਉੱਥੇ ਜਾ ਕੇ ਬੀਜੇਪੀ ਦੇ ਖਿਲਾਫ ਪ੍ਰਚਾਰ ਕਰਨ ਦਾ। ਜੀ ਹਮੀਰ ਸਿੰਘ ਜੀ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਜਿਵੇਂ ਕੀਤੀ ਵੀ ਕਿ ਬਜਟ 'ਚ ਵੱਡੇ ਵੱਡੇ ਲਾਰੇ ਲਾਏ ਜਾਂਦੇ ਨੇ ਤੇ ਕੇਂਦਰ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਬਜਟ ਪੇਸ਼ ਕੀਤਾ ਗਿਆ, ਉਸ ਤੋਂ ਬਾਅਦ ਵੱਖ-ਵੱਖ ਸੂਬਿਆਂ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ। ਜੇਕਰ ਗੱਲ ਕਰੀਏ ਤਾਂ ਅੱਜ ਹਰਿਆਣਾ ਨੇ ਵੀ ਆਪਣਾ ਬਜਟ ਜਿਹੜਾ ਹੈਗਾ ਪੇਸ਼ ਕਰ ਦਿੱਤਾ। ਅਸੀਂ ਜਾਣਨਾ ਚਾਹਾਂਗੇ ਹਰਿਆਣਾ ਸਰਕਾਰ ਨੇ ਇਸ ਬਜਟ ਵਿੱਚ ਕੀ ਕੁਝ ਜਿਹੜਾ ਹੈਗਾ ਐਲਾਨ ਕੀਤਾ ਹੈ, ਕੀ ਨਵਾਂ ਲੈ ਕੇ ਆਈ ਹੈ? ਹਰਿਆਣਾ ਸਰਕਾਰ ਨੇ ਵੀ ਬਜਟ ਤਾਂ ਅਸਲ 'ਚ ਸਾਰੇ ਉਹੇ ਜਿਹੇ ਨੇ। ਸਟੇਟਾਂ ਦੇ ਬਜਟਾਂ ਦਾ ਤਾਂ ਹੁਣ ਕੋਈ ਬਹੁਤਾ ਮਾਨਾ ਨਹੀਂ ਰਿਹਾ। ਉਹਦਾ ਕਾਰਨ ਇਹ ਹੈ ਕਿ ਜਦੋਂ ਤੋਂ GST ਲਾਗੂ ਹੋ ਗਈ, ਸੂਬਾ ਸਰਕਾਰਾਂ ਦਾ ਟੈਕਸ ਲਾਉਣ ਦਾ ਤੇ ਟੈਕਸ ਹਟਾਉਣ ਦੇ ਹੱਕ ਹੀ ਚਲੇ ਗਏ ਨੇ। ਮਾੜਾ ਮੋਟਾ ਵੈਟ ਰਹਿੰਦਾ। ਤੁਸੀਂ ਵੈਟ ਕੀ ਹੈ? ਵੈਟ ਪੈਟਰੋਲ ਤੇ ਲਾ ਦੋਗੇ, ਡੀਜ਼ਲ ਤੇ ਲਾ ਦੋਗੇ, ਇਕੱਲਾ ਇਹਨਾਂ ਤੇ। ਉਹ ਪਹਿਲਾਂ ਹੀ ਇੰਨੀ ਹਾਈਜੈਸਟ ਪਿਚ ਤੇ ਚਲਾ ਗਿਆ, ਇੰਨਾ ਲਾ ਚੁੱਕੇ ਹੋ ਤੁਸੀਂ। ਹੁਣ ਦਬਾਅ ਇਹ ਹੈ ਕਿ ਉਹਨੂੰ ਘਟਾਓ। ਕਿਸੇ ਸਟੇਟ ਨੇ ਘਟਾਇਆ ਨਹੀਂ ਵੈਟ ਇਹਨਾਂ ਚੋਂ। ਜਿਨ੍ਹਾਂ ਸਟੇਟਾਂ ਚੋਂ ਜੇ ਵੈਟ ਘਟਦਾ ਤਾਂ ਘੱਟੋ ਘੱਟ ਲੋਕਾਂ ਨੂੰ ਕੋਈ ਰਾਹਤ ਮਿਲਦੀ, ਔਰ ਨਾ ਐਕਸਾਈਜ਼ ਡਿਊਟੀ ਉਹਨੇ ਕੇਂਦਰ ਸਰਕਾਰ ਨੇ ਘਟਾਈ ਹੈ। ਇਸ ਕਰਕੇ ਲੋਕ ਇਸ 'ਚ ਤੜਫ ਰਹੇ ਨੇ। ਦੂਜੀ ਗੱਲ ਇਹ ਹੈ ਕਿ ਕੁਝ ਵਾਅਦੇ ਹੋਏ, ਜਿਵੇਂ ਪੰਜਾਬ ਵਾਲੇ ਬਜਟ ਦੇ ਵਿੱਚ ਕੁਝ ਲੋਕ ਲੁਭਾਉਣੇ ਵਾਅਦੇ ਕਿ ਪੈਨਸ਼ਨ ਦੀ ਰਾਸ਼ੀ ਦੁੱਗਣੀ ਕਰ ਦਿਓ ਤਾਂ ਜਿਹਦੇ ਨਾਲ ਵੋਟ ਮਿਲ ਜੇ, ਖਰਚਾ ਘੱਟ ਆਏ, ਬਾਕੀ ਚੀਜ਼ਾਂ ਨੇ। ਤੇ ਇਸ ਲਈ ਹਰਿਆਣਾ ਦੇ ਵਿੱਚ ਇੱਕ ਗੱਲ ਪੰਜਾਬ ਦੇ ਮੁਕਾਬਲੇ ਪੋਜ਼ਿਟਿਵ ਹੈ, ਕਿਉਂਕਿ ਇਹ ਪਹਿਲਾਂ ਹੀ ਬੁਢਾਪਾ ਵਿਧਵਾ ਪੈਨਸ਼ਨ 2250 ਦਿੰਦੇ ਨੇ ਤੇ ਇਹ ਐਤਕੀ 2500 ਦੇਣਗੇ। ਔਰ 2500 ਨਾਲ ਜੇ ਦੋ ਬਜ਼ੁਰਗੀ ਘਰ ਦੇ ਵਿੱਚ ਨੇ, ਨਾ ਕੁਝ ਤਾਂ 5000 ਨਾਲ ਮਾੜਾ ਮੋਟਾ ਕੰਮ ਚਲੇ ਚੱਲਦੀ ਹੈ। ਵੈਸੇ ਪੈਨਸ਼ਨ ਦਾ ਅਸੂਲ ਇਹ ਚਾਹੀਦਾ, ਜੇ ਕੋਈ ਅਸੂਲ ਬਣਾਉਣਾ ਹੋਵੇ, ਜੇਕਰ ਕੋਈ ਪਾਲਿਸੀ ਬਣਾਉਣੀ ਹੋਵੇ, ਤੁਸੀਂ ਖੈਰਾਤ ਨਹੀਂ ਦਿੰਦੇ ਤਾਂ ਅਸੂਲਣ ਤੌਰ ਤੇ ਪੈਨਸ਼ਨ ਦਾ ਜਿਹੜਾ ਕੋਈ ਆਧਾਰ ਬਣਾਉਣਾ ਚਾਹੀਦਾ ਵੀ ਇੰਨੀ ਕਿਉਂ, 2500 ਕਿਉਂ, 500 ਨਾਲ ਕਿਉਂ ਕੰਮ ਨਹੀਂ ਚੱਲਦਾ, ਜਾਂ 10000 ਕਿਉਂ ਨਹੀਂ। ਕੋਈ ਆਧਾਰ ਤਾਂ ਬਣੇ। ਸਰਕਾਰੀ ਪੈਟਰਨ ਦੇ ਵਿੱਚ ਇੱਕ ਆਧਾਰ ਹੈ ਪੈਨਸ਼ਨ ਦਾ ਬਣਾਇਆ ਹੋਇਆ। ਉਹ ਇਹ ਹੈ ਕਿ ਜਿਹੜਾ ਵੀ ਮੁਲਾਜ਼ਮ ਰਿਟਾਇਰ ਹੁੰਦਾ ਸਰਕਾਰੀ, ਜਿਹੜੀ ਉਹਦੀ ਲਾਸਟ ਤਨਖਾਹ ਹੁੰਦੀ ਹੈ ਉਹਦਾ 50% ਉਹਨੂੰ ਪੈਨਸ਼ਨ ਮਿਲਦੀ ਹੈ। ਤਾਂ ਪੈਨਸ਼ਨ ਦਾ ਆਧਾਰ ਸੂਬਾ ਸਰਕਾਰਾਂ ਦੇ ਵਿੱਚ ਜਾਂ ਕੇਂਦਰੀ ਸੈਟਅਪ ਦੇ ਵਿੱਚ ਇਹ ਬਣਨਾ ਚਾਹੀਦਾ ਹੈ ਕਿ ਜਿਹੜੀ ਘੱਟੋ ਘੱਟ ਮਿਨੀਮਮ ਵੇਜ ਦੇ ਐਕਟ ਦੇ ਤਹਿਤ ਤੁਸੀਂ ਘੱਟੋ ਘੱਟ ਮਜ਼ਦੂਰੀ ਤੈਅ ਕੀਤੀ ਹੋਈ ਹੈ, ਜਿੰਨੀ ਉਹ ਮਹੀਨੇ ਦੀ ਬਣਦੀ ਹੈ, ਤਾਂ ਉਹਦਾ ਅੱਧ ਤਾਂ ਦਿਓ।
ਮੰਨ ਲਓ ਸਾਡੇ ਕੋਲ ਹੋਣੇ ਆ ਵੀ 9000 ਦੇ ਰੁਪਏ ਦੇ ਕਰੀਬ ਸਾਡਾ ਮਿਨੀਮਮ ਵੇਜ ਦੇ ਤਹਿਤ ਆਉਂਦਾ ਮਹੀਨਾ ਜੀ ਤਾਂ 4500 ਰੁਪਏ ਤਾਂ ਇੱਕ ਜੈਨੂਇਨ ਗੱਲ ਹੈ ਨਾ, ਇੱਕ ਦਲੀਲ ਆਧਾਰਿਤ ਗੱਲ ਹੈ ਕਿ ਤੁਸੀਂ ਉਹਦੇ ਮੁਤਾਬਕ ਦਿਓਗੇ। ਪਰ ਇੱਥੇ ਕਿਉਂਕਿ ਸਾਡੇ ਰਿਵਾਜ ਹੋ ਗਿਆ, ਨਾ ਹਰਿਆਣਾ ਹੋਵੇ ਪੰਜਾਬ, ਜਿਹੜਾ ਵੀ ਮਰਜ਼ੀ, ਪਾਲਿਸੀ ਦੀ ਤਾਂ ਗੱਲ ਹੀ ਨਹੀਂ ਹੋਏਗੀ। ਹੁਣ ਖੇਤੀ ਦੇ ਮਾਮਲੇ 'ਚ ਪਹਿਲਾਂ ਪਾਲਿਸੀ ਪੰਜਾਬ ਨੇ ਵੀ ਨਜ਼ਰਅੰਦਾਜ਼ ਕੀਤੀ, ਹਰਿਆਣਾ ਨੇ ਵੀ ਨਜ਼ਰਅੰਦਾਜ਼ ਕੀਤੀ। ਹਰਿਆਣਾ ਨੇ ਕੀ ਕੀਤਾ, ਜਿਹੜਾ ਪਿਛਲੇ ਸਮੇਂ 'ਚ ਫਸਲ ਬੀਮਾ ਯੋਜਨਾ ਲਾਗੂ ਕੀਤੀ ਸੀ, ਜ਼ਬਰਦਸਤੀ ਕੰਪਲਸਰੀ ਕਰਕੇ ਸਾਰੇ ਜਿਹੜੇ ਲੋਨ ਲੈਣ ਵਾਲੇ ਕਿਸਾਨ ਸੀ ਉਹਨਾਂ ਦੇ ਗਲ ਮੜ ਦਿੱਤੀ ਗਈ ਸੀ, ਜਿਨ੍ਹਾਂ ਨੂੰ ਘਾਟਾ ਪੈ ਗਿਆ। ਉਸ ਪ੍ਰੈਸ਼ਰ ਤਹਿਤ ਹੁਣ ਉਹਨਾਂ ਨੇ ਇਹ ਕਿਹਾ ਕਿ ਆਪਸ਼ਨਲ ਹੋਏਗੀ, ਜਿਹੜਾ ਲੈਣਾ ਚਾਹੇ ਲਏ, ਨਹੀਂ ਲੈਣਾ ਨਾ ਲਏ। ਔਰ ਇਹ ਉਹਨਾਂ ਨੂੰ ਮਜਬੂਰੀ ਬਸ ਵਾਪਸ ਜਾਣਾ ਪਿਆ ਉਸ ਮਾਹੌਲ ਦੇ ਵਿੱਚ। ਇਸੇ ਤਰ੍ਹਾਂ ਜਿਹੜੀਆਂ ਦੂਜੀਆਂ ਕ੍ਰੌਪਸ ਦੇ ਵਿੱਚ ਨੇ, ਇੱਕ ਗੱਲ ਹਰਿਆਣਾ ਦੀ ਸਰਕਾਰ ਨੇ ਕੀਤੀ ਹੈ, ਹਾਈ ਕੋਰਟ 'ਚ ਪੁਰਾਣਾ ਕੇਸ ਚੱਲਦਾ ਕਿ ਉਹਨਾਂ ਤੇ ਤੁਸੀਂ ਕਿਉਂ ਨਹੀਂ, ਇਹਨਾਂ ਨੇ ਕਿਹਾ ਕਿ ਬਾਜਰਾ ਵੀ ਅਸੀਂ ਕੁਝ ਖਰੀਦਾਂਗੇ ਜਾਂ ਖਰੀਦਿਆ ਪਹਿਲਾਂ 7 ਲੱਖ ਟਨ ਹੀ ਖਰੀਦਿਆ ਜਾਂ ਜਿੰਨਾ ਵੀ ਖਰੀਦਿਆ। ਔਰ ਮੈਨੂੰ ਲੱਗਦਾ ਕਿ ਇਹਨਾਂ ਨੂੰ ਵੀ ਜਿਹੜਾ ਪ੍ਰਾਈਸ ਸਟੈਬਲਾਈਜੇਸ਼ਨ ਫੰਡ ਜਿਹੜਾ ਇਕੱਠਾ ਕਰਕੇ ਹੋਰਾਂ ਫਸਲਾਂ 'ਚ ਹੋਰ ਜ਼ਿਆਦਾ ਕਿਸਾਨ ਦੇ ਪੱਖ ਦੇ ਵਿੱਚ ਇਹ ਗੱਲ ਕੀਤੀ ਜਾ ਸਕਦੀ ਸੀ ਕਿ ਬਾਕੀ ਦਾ ਜਿਹੜਾ ਗੈਪ ਹੈ ਤੁਸੀਂ ਭਰ ਦਿੰਦੇ ਤਾਂ ਕਿ ਉਹ ਖਰੀਦ ਸਕਦੇ ਸੀ। ਪਰ ਪਾਲਿਸੀ ਵੱਲ ਧਿਆਨ ਸਿਆਸਤਦਾਨ ਦਾ ਨਹੀਂ ਹੈ, ਉਹ ਡੰਗ ਟਪਾਈ ਚਲਾਉਂਦਾ ਤੇ ਡੰਗ ਟਪਾਊ ਸਿਆਸਤ ਦੇ ਨਾਲ ਹੀ ਲੋਕਾਂ ਦੀ ਵੋਟ ਲਈ 5 ਸਾਲ ਫਿਰ ਤੂੰ ਕੌਣ ਮੈਂ ਕੌਣ, ਉਹੀ ਤਰੀਕਾਕਾਰ ਚੱਲ ਰਿਹਾ। ਐਡਾ ਵੱਡਾ ਕਿਸਾਨ ਅੰਦੋਲਨ ਚੱਲ ਰਿਹਾ ਹੋਵੇ ਔਰ ਇਸੇ ਕਿਸਾਨ ਅੰਦੋਲਨ ਦੇ ਤਹਿਤ ਲੋਕ ਤੁਹਾਨੂੰ ਵੜਨ ਨਾ ਦੇਣ, ਜਿਵੇਂ ਹਰਿਆਣੇ ਦੇ ਵਿੱਚ ਤੁਹਾਡੇ ਸਾਹਮਣੇ ਹੈ, ਸਰਕਾਰ ਤਾਂ ਬਚ ਗਈ ਪਰ ਕਿਸਾਨ ਤਾਂ ਅੰਦੋਲਨ ਦੇ ਰਾਹੀਂ ਉਹਨਾਂ ਸਾਰੇ ਐਮਐਲਏ ਤੇ ਸਾਰੇ ਮੰਤਰੀਆਂ ਦੇ ਖਿਲਾਫ ਖੜੇ ਹੋਏ ਨੇ ਨਾ ਕਿ ਪਿੰਡਾਂ 'ਚ ਨਹੀਂ ਵੜਨ ਦਿਆਂਗੇ। ਤੇ ਜੇ ਐਡੇ ਸਖਤ ਅੰਦੋਲਨ ਦੇ ਬਾਵਜੂਦ ਵੀ ਤੁਸੀਂ ਪਾਲਿਸੀ ਮੈਟਰ ਤੇ ਗੱਲ ਨਹੀਂ ਕਰਦੇ ਜਾਂ ਨਹੀਂ ਬਦਲਦੇ, ਤਾਂ ਉਹਦੇ 'ਚੋਂ ਇਹ ਹੈ ਕਿ ਕੇਵਲ ਸੱਤਾ ਦੀ ਭੁੱਖ ਹੈ। ਸੱਤਾ ਕਿੰਨਾ ਚਿਰ ਚੱਲਦੀ ਹੈ, ਚਾਹੇ ਉਹ 10 ਦਿਨ ਮਿਲ ਜੇ, ਜੇ 5 ਸਾਲ ਮਿਲ ਜੇ, ਉਹਦੀ ਵਰਗੀ ਤਾਂ ਰੀਸ ਨਹੀਂ। ਲੋਕ ਇਸ ਮੌਜੂਦਾ ਸਿਆਸਤ ਦੇ ਖਾਨੇ ਦੇ ਵਿੱਚ ਕਿਤੇ ਨਜ਼ਰ ਨਹੀਂ ਆ ਰਹੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।